सर ਅੱਜ 6 ਮਈ 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 3608 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਗਏ ਨੇ, ਜਿਹਦੇ ਵਿੱਚੋਂ 3267 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਉਹ ਪ੍ਰਾਪਤ ਹੋ ਚੁੱਕੀ ਹੈ। ਕੱਲ ਦੀ ਰਿਪੋਰਟ ਦੇ ਮੁਤਾਬਿਕ ਅਸੀਂ 124 ਕੇਸਿਸ ਜਿਹੜੇ ਸੀਗੇ ਉਹ ਪੋਜ਼ਿਟਿਵ ਦੱਸੇ ਸੀਗੇ, ਲੇਕਿਨ ਜਦ ਅਸੀਂ ਉਹਨਾਂ ਨੂੰ ਐਨਾਲਾਈਜ਼ ਕੀਤਾ ਤਾਂ ਇੱਕ ਕੇਸ ਜਿਹੜਾ ਹੈਗਾ ਉਹ ਜ਼ਿਲ੍ਹਾ ਬਠਿੰਡੇ ਨਾਲ ਸੰਬੰਧਿਤ ਨਿਕਲਿਆ ਹੈਗਾ। ਤਾਂ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਜਿਹੜੇ ਸੈਂਪਲ ਹੈਗੇ ਉਹ ਹੁਣ 123 ਹੋ ਗਏ ਨੇ, ਔਰ ਅਬ ਬਾਹਰਲੇ ਡਿਸਟ੍ਰਿਕਾਂ ਦੇ ਜਿਹੜੇ ਸੈਂਪਲਸ ਹੋ ਗਏ ਨੇ ਉਹ 20 ਹੋ ਗਏ ਨੇ। ਤਾਂ 3124 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। 8 ਪੇਸ਼ੈਂਟ ਜਿਹੜੇ ਹੈਗੇ ਉਹ ਹਾਲੇ ਤੱਕ ਕਿਉਰਡ ਹੋ ਚੁੱਕੇ ਨੇ ਤੇ 5 ਪੇਸ਼ੈਂਟਸ ਦੀ ਹਾਲੇ ਤੱਕ ਡੈਥ ਹੋ ਚੁੱਕੀ ਹੈ। ਤਾਂ ਜ਼ਿਲ੍ਹਾ ਲੁਧਿਆਣਾ ਦੇ 110 ਕੇਸਿਸ ਜਿਹੜੇ ਹੈਗੇ ਉਹ ਇਸ ਵੇਲੇ ਐਕਟਿਵ ਕੇਸਿਸ ਹੈਗੇ, ਜੋ ਕਿ ਜਿਨ੍ਹਾਂ ਦਾ ਇਲਾਜ ਜਿਹੜਾ ਹੈਗਾ ਗਵਰਨਮੈਂਟ ਫੈਸਿਲਿਟੀਜ਼ ਦੇ ਵਿੱਚ ਚੱਲ ਰਿਹਾ ਹੈ। ਮਾਈਗ੍ਰੈਂਟਸ ਲੇਬਰ ਦੀ ਹੁਣ ਤੱਕ 3 ਟ੍ਰੇਨਸ ਜਿਹੜੀਆਂ ਹੈਗੀਆਂ ਉਹ ਜ਼ਿਲ੍ਹਾ ਲੁਧਿਆਣਾ ਤੋਂ ਅਸੀਂ ਵੱਖ-ਵੱਖ ਸਟੇਟਾਂ ਦੇ ਵਾਸਤੇ ਭੇਜ ਚੁੱਕੇ ਹਾਂ, ਜਿਨ੍ਹਾਂ ਵਿੱਚੋਂ 2 ਟ੍ਰੇਨਸ ਜਿਹੜੀਆਂ ਹੈਗੀਆਂ ਉਹ ਯੂਪੀ ਦੇ ਵਾਸਤੇ ਤੇ ਇੱਕ ਟ੍ਰੇਨ ਜਿਹੜੀ ਹੈਗੀ ਉਹ ਝਾਰਖੰਡ ਦੇ ਵਾਸਤੇ ਗਈ ਹੈਗੀ। ਅਸੀਂ ਜਿਹੜੇ ਵੀ ਪੈਸੇਂਜਰਸ ਹੈਗੇ ਜਿਨ੍ਹਾਂ ਨੂੰ ਇਹਨਾਂ ਟ੍ਰੇਨਾਂ ਦੇ ਰਾਹੀਂ ਭੇਜਣਾ ਹੁੰਦਾ ਹੈ, ਉਹਨਾਂ ਨੂੰ ਅਸੀਂ ਐਡਵਾਂਸ ਦੇ ਵਿੱਚ SMS ਜਿਹੜਾ ਹੈਗਾ ਉਹ ਭੇਜਦੇ ਨੇ। ਉਹਨਾਂ ਨੂੰ ਜਦ ਬੱਸਾਂ 'ਚ ਬਿਠਾਇਆ ਜਾਂਦਾ ਹੈ ਤਾਂ ਉਦੋਂ ਉਹਨਾਂ ਦੇ SMS ਜਿਹੜੇ ਹੈਗੇ ਉਹ ਚੈੱਕ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਇੱਕ ਜਿਹੜੀ ਡੈਜ਼ਿਗਨੇਟਿਡ ਥਾਂ ਅਸੀਂ ਬਣਾਈ ਹੈਗੀ ਉੱਥੇ ਉਹਨਾਂ ਦਾ ਮੈਡੀਕਲ ਸਕਰੀਨਿੰਗ ਜਿਹੜੀ ਹੈਗੀ ਉਹ ਕੀਤੀ ਜਾਂਦੀ ਹੈ, ਔਰ ਜਿਹੜੇ ਬੰਦੇ ਮੈਡੀਕਲ ਸਕਰੀਨਿੰਗ ਦੇ ਵਿੱਚ ਠੀਕ ਪਾਏ ਜਾਂਦੇ ਨੇ ਉਹਨਾਂ ਨੂੰ ਫਿਰ ਟ੍ਰੇਨਾਂ ਦੇ ਰਾਹੀਂ ਬੋਰਡ ਕਰਾ ਕੇ ਉਹਨਾਂ ਦੇ ਰਿਸਪੈਕਟਿਵ ਸਟੇਟਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ। ਤਾਂ ਹੁਣ ਤੱਕ ਇਹ ਪ੍ਰੋਸੈਸ ਜਿਹੜਾ ਹੈਗਾ ਉਹ ਕਾਫੀ ਸਮੂਥ ਤਰੀਕੇ ਨਾਲ ਚੱਲਦਾ ਪਿਆ। ਕੱਲ ਇੱਕ ਟ੍ਰੇਨ ਤੇ ਅੱਜ 2 ਟ੍ਰੇਨ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਗਈਆਂ ਨੇ। ਅਸੀਂ ਹੋਰ ਟ੍ਰੇਨਸ ਦੀ ਜਿਹੜੀ ਹੈਗੀ ਡਿਮਾਂਡ ਕਰ ਰਹੇ ਹਾਂ। ਸਾਡੇ ਸਟੇਟ ਦੇ ਜਿਹੜੇ ਨੋਡਲ ਆਫੀਸਰਸ ਹੈਗੇ ਉਹ ਕੰਸਰਨਡ ਸਟੇਟਾਂ ਦੇ ਨਾਲ ਟਾਈ ਅਪ ਕਰਕੇ ਉਹ NOCs ਲੈ ਕੇ ਰੇਲਵੇ ਨੂੰ ਇੰਡੈਂਟ ਪੇਸ਼ ਕਰੇ ਜਾ ਰਹੇ ਨੇ, ਔਰ ਜਿਵੇਂ ਜਿਵੇਂ ਸਾਡੇ ਕੋਲ ਕਨਫਰਮੇਸ਼ਨ ਟ੍ਰੇਨ ਦੀ ਆਈ ਜਾ ਰਹੀ ਹੈ ਅਸੀਂ ਲੋਕਾਂ ਨੂੰ ਇਹਨਾਂ ਟ੍ਰੇਨਾਂ ਦੇ ਰਾਹੀਂ ਭੇਜੇ ਜਾ ਰਹੇ ਹਾਂ ਤੇ ਅੱਗੇ ਵੀ ਭੇਜਦੇ ਰਹਾਂਗੇ। ਇਸ ਤੋਂ ਇਲਾਵਾ ਇਹ ਵੀ ਗੱਲ ਸ਼ੇਅਰ ਕਰਨ ਦੇ ਵਿੱਚ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਪਿਛਲੇ 5-7 ਦਿਨਾਂ ਦੇ ਵਿੱਚ ਕਾਫੀ ਇੰਡਸਟਰੀਆਂ ਵੱਲੋਂ ਆਪਣਾ ਕੰਮ ਜਿਹੜਾ ਹੈਗਾ ਉਹ ਚਾਲੂ ਕੀਤਾ ਗਿਆ ਹੈਗਾ, ਔਰ ਐਜ਼ ਪਰ ਇੰਡਸਟਰੀ ਡਿਪਾਰਟਮੈਂਟ ਡੇਟਾ ਤਕਰੀਬਨ 5,000 ਇੰਡਸਟਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਆਪਣਾ ਸੈਲਫ ਡਿਕਲੇਰੇਸ਼ਨ ਦੇ ਕੇ ਆਪਣਾ ਕੰਮ ਜਿਹੜਾ ਹੈਗਾ ਉਹ ਚਾਲੂ ਕੀਤਾ ਹੋਇਆ ਹੈ। ਤਾਂ ਇਸ ਦੇ ਨਾਲ ਮੈਨੂੰ ਲੱਗਦਾ ਹੈ ਕਿ ਕਾਫੀ ਲੇਬਰਸ ਦੀ ਜਿਹੜੀ ਵਰਕਰਸ ਦੀ ਪ੍ਰੋਬਲਮ ਹੈਗੀ ਕਿ ਉਹਨਾਂ ਨੂੰ ਕੋਈ ਕੰਮ ਨਹੀਂ ਸੀਗਾ, ਉਹ ਪ੍ਰੋਬਲਮ ਜਿਹੜੀ ਹੈਗੀ ਉਹ ਕਾਫੀ ਹੱਦ ਤੱਕ ਸੋਲਵ ਹੋ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲੋਕਡਾਊਨ 3.0 ਦੇ ਵਾਸਤੇ ਕੁਝ ਨਵੇਂ ਇੰਸਟਰਕਸ਼ਨ ਜਿਹੜੇ ਹੈਗੇ ਉਹ ਜਾਰੀ ਕੀਤੇ ਗਏ ਸੀਗੇ, ਜਿਨ੍ਹਾਂ ਦੇ ਮੁਤਾਬਿਕ ਅੱਜ ਜ਼ਿਲ੍ਹਾ ਲੁਧਿਆਣਾ ਦੇ ਵੀ ਨਵੇਂ ਇੰਸਟਰਕਸ਼ਨ ਜਿਹੜੇ ਹੈਗੇ ਉਹ ਜਾਰੀ ਕਰ ਦਿੱਤੇ ਗਏ ਨੇ। ਉਹਦੇ ਮੁਤਾਬਿਕ ਕੁਝ ਜਿਵੇਂ ਅਸੀਂ ਸਾਰੇ ਜਾਣਦੇ ਨੇ ਕਿ ਜ਼ਿਲ੍ਹਾ ਲੁਧਿਆਣਾ ਜਿਹੜਾ ਹੈਗਾ ਉਹ ਰੈੱਡ ਜ਼ੋਨ ਦੇ ਵਿੱਚ ਡਿਕਲੇਅਰ ਹੋਇਆ ਹੈ, ਬਟ ਹਾਲੇ ਵੀ ਕੋਈ ਵੀ ਇਹੋ ਜਿਹੀ ਥਾਂ ਨਹੀਂ ਹੈਗੀ ਜਿੱਥੇ ਕਿ ਸਾਡੇ 15 ਜਾਂ 15 ਤੋਂ ਵੱਧ ਕੇਸ ਹੋਣ। ਤਾਂ ਇਸ ਵੇਲੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੋਈ ਵੀ ਕੰਟੇਨਮੈਂਟ ਜ਼ੋਨ ਜਿਹੜਾ ਹੈਗਾ ਉਹ ਨਹੀਂ ਹੈਗਾ। ਸਾਰੇ ਕੁਝ ਏਰੀਆ ਜਿਹੜੇ ਹੈਗੇ ਤਕਰੀਬਨ 9 ਏਰੀਆਜ਼ ਅਸੀਂ ਰਿਸਟ੍ਰਿਕਟਡ ਜਾਂ ਹਾਈ ਪ੍ਰਾਇੋਰਟੀ ਏਰੀਆ ਜਿਹੜੇ ਹੈਗੇ ਉਹ ਡਿਕਲੇਅਰ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚ 2 ਜਾਂ 2 ਤੋਂ ਵੱਧ ਕੇਸਿਸ ਹੈਗੇ, ਲੇਕਿਨ 15 ਤੋਂ ਵੱਧ ਕੋਈ ਵੀ ਕੇਸ ਨਾ ਹੋਣ ਕਰਕੇ ਇਸ ਵੇਲੇ ਕੋਈ ਵੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੰਟੇਨਮੈਂਟ ਜ਼ੋਨ ਜਿਹੜਾ ਹੈਗਾ ਉਹ ਨਹੀਂ ਹੈਗਾ। ਤਾਂ ਇਹਦੇ ਵਾਸਤੇ ਅਸੀਂ ਕਾਫੀ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਕਲੀਅਰ ਕੀਤੀਆਂ ਹੈਗੀਆਂ ਕਿ ਜਿਵੇਂ ਟਰੈਵਲ ਜਿਹੜਾ ਹੈਗਾ ਏਅਰ ਰੇਲਵੇ ਦਾ ਉਹ ਜਨਰਲ ਤੌਰ 'ਤੇ ਪਰਮਿਟਡ ਨਹੀਂ ਹੋਊਗਾ, ਕੇਵਲ ਸਟੇਟ ਵੱਲੋਂ ਜਿਹੜੀ ਟ੍ਰੇਨਸ ਮੰਗੀਆਂ ਜਾ ਰਹੀਆਂ ਹਨ ਉਹੀ ਟ੍ਰੇਨ ਜਿਹੜੀਆਂ ਹੈਗੀਆਂ ਉਹ ਚੱਲਣਗੀਆਂ। ਇੰਟਰ ਸਟੇਟ ਬੱਸਾਂ ਦੀ ਜਿਹੜੀ ਮੂਵਮੈਂਟ ਹੈਗੀ ਉਹ ਵੀ ਮਨਾ ਹੈਗੀ। ਐਜੂਕੇਸ਼ਨਲ ਇੰਸਟੀਟਿਊਟ, ਸਕੂਲ, ਕਾਲਜਿਸ, ਟ੍ਰੇਨਿੰਗ, ਕੋਚਿੰਗ ਇੰਸਟੀਟਿਊਟ ਇਹ ਸਾਰੇ ਕੇ ਸਾਰੇ ਹਾਲੇ ਵੀ ਬੰਦ ਰਹਿਣਗੇ। ਹਸਪਿਟੈਲਿਟੀ ਸਰਵਿਸਿਜ਼, ਸਿਨੇਮਾ ਹਾਲਸ, ਮਾਲ, ਜਿਮਨੇਜ਼ੀਅਮ, ਸਪੋਰਟਸ ਕੰਪਲੈਕਸ ਇਹ ਸਾਰੇ ਬੰਦ ਰਹਿਣਗੇ। ਔਰ ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਹਾਲੇ ਪਰਮਿਸ਼ਨ ਨਹੀਂ ਦਿੱਤੀ ਹੈਗੀ। ਜਿਹੜੀ ਪਰਮਿਸ਼ਨਾਂ ਅਸੀਂ ਦਿੱਤੀਆਂ ਹੋਈਆਂ ਨੇ ਉਹ ਇਸ ਤਰੀਕੇ ਨਾਲ ਹੈਗੀਆਂ ਕਿ ਮੂਵਮੈਂਟ ਜਿਹੜਾ ਹੈਗਾ ਇੰਡੀਵਿਜੂਅਲਸ ਦਾ ਉਹ ਸਵੇਰੇ 7 ਵਜੇ ਤੋਂ 11 ਵਜੇ ਤੱਕ ਜਿਹੜਾ ਹੈਗਾ ਉਹ ਆਦਮੀ ਜਿਹੜਾ ਹੈਗਾ ਉਹ ਕਰ ਸਕਦਾ ਹੈ। ਆਪਣੇ ਇੱਕ ਪਰਿਵਾਰ ਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਬਾਹਰ ਨਿਕਲ ਸਕਦਾ ਹੈ ਆਪਣੇ ਕਿਸੇ ਵੀ ਅਸੈਂਸ਼ੀਅਲ ਸਾਮਾਨ ਦੀ ਸਪਲਾਈ ਦੇ ਵਾਸਤੇ, ਡਿਮਾਂਡ ਦੇ ਵਾਸਤੇ ਜਾਂ ਕਾਊਂਟਰ ਪਰਚੇਜ਼ ਦੇ ਵਾਸਤੇ ਉਹ ਜਾ ਸਕਦਾ ਹੈ। ਸਵੇਰੇ 11 ਵਜੇ ਤੋਂ 7 ਵਜੇ ਤੱਕ ਚੇਂਜ ਕਰਨਾ ਪੜੇਗਾ। ਵੱਖ-ਵੱਖ ਪਰਮਿਸ਼ਨਾਂ ਦਾ ਸਵਾਲ ਹੈਗਾ। ਹੁਣ ਨਵੀਂ ਹਿਦਾਇਤਾਂ ਜਿਹੜੀਆਂ ਹੈਗੀਆਂ ਇਸ ਬਾਬਤ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹਦੇ ਮੁਤਾਬਕ ਕੁਝ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਹਾਲੇ ਵੀ ਪਰਮਿਟਡ ਨਹੀਂ ਹੋਣਗੀਆਂ, ਜਿਵੇਂ ਏਅਰ ਟਰੈਵਲ, ਰੇਲ ਟਰੈਵਲ, ਇੰਟਰ ਸਟੇਟ ਬੱਸਿਸ, ਐਜੂਕੇਸ਼ਨਲ ਇੰਸਟੀਟਿਊਟਸ, ਸਕੂਲਸ, ਕਾਲਜਿਸ, ਟ੍ਰੇਨਿੰਗ, ਕੋਚਿੰਗ ਇੰਸਟੀਟਿਊਸ਼ਨਸ, हॉस्पिटैलिटी सर्विसेज, सिनेमा हॉल, मॉल, जिमनेजियम, स्पोर्ट्स कॉम्प्लेक्स, सोशल, पॉलिटिकल, कल्चरल एंड अदर टाइप ऑफ गैदरिंग्स, रिलीजियस प्लेसिस ते पूजा करने वाली थावां, ये सारी चीज़ें जिहड़ियां कि रात को 7 बजे तो सवेरे 7 बजे तक कोई भी इंडिविजुअल की मूवमेंट ये सारी की सारी पूर्ण तौर पर बंद रहनगियां। ये किसी भी कीमत पर
बर्दाश्त नहीं की जाएगी, अलाउ नहीं की जाएगी ये चीज़ा। और ਜਿਹੜੇ ਬਜ਼ੁਰਗ 65 ਸਾਲ ਤੋਂ ਵੱਧ ਹੈਗੇ, ਪ੍ਰੈਗਨੈਂਟ ਲੇਡੀਜ਼ ਹੈਗੀਆਂ, ਚਿਲਡਰਨ 10 ਸਾਲ ਤੋਂ ਘੱਟ ਹੈਗੇ, ਉਹਨਾਂ ਦੀ ਮੂਵਮੈਂਟ ਵੀ ਜਿਹੜੀ ਹੈਗੀ ਇਸ ਦੇ ਵਿੱਚ ਪਰਮਿਟ ਨਹੀਂ ਹੋਵੇਗੀ। ਜਿਹੜੇ ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ ਦੀ ਇੰਡੀਵਿਜੂਅਲਸ ਦੀ ਮੂਵਮੈਂਟ ਹੈਗੀ ਉਹ ਕੁਝ ਕੰਡੀਸ਼ਨਾਂ ਦੇ ਨਾਲ ਅਲਾਉ ਕੀਤੀ ਗਈ ਹੈਗੀ, ਜਿਹੜੀ ਮੈਂ ਬਾਅਦ ਦੇ ਵਿੱਚ ਹੋਰ ਡਿਟੇਲ 'ਚ ਦੱਸਾਂਗਾ। ਇਸ ਤੋਂ ਇਲਾਵਾ OPD ਜਿਹੜੀ ਹੈਗੀ ਉਹ ਅਲਾਉਡ ਹੈਗੀ ਗਵਰਨਮੈਂਟ ਐਜ਼ ਵੈਲ ਐਜ਼ ਪ੍ਰਾਈਵੇਟ ਹਸਪੀਟਲਾਂ ਦੀ। ਇੰਟਰਾ ਡਿਸਟ੍ਰਿਕਟ ਐਂਡ ਇੰਟਰ ਡਿਸਟ੍ਰਿਕਟ ਬੱਸ ਜਿਹੜੀਆਂ ਹੈਗੀਆਂ ਉਹ ਪਰਮਿਟਡ ਹਾਲੇ ਨਹੀਂ ਹੋਣਗੀਆਂ। ਟੈਕਸੀਜ਼, ਕੈਬਸ, ਰਿਕਸ਼ਾ, ਆਟੋ ਰਿਕਸ਼ਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹਾਲੇ ਵੀ ਚਾਲੂ ਨਹੀਂ ਰਹਿਣਗੀਆਂ। ਜਿਹੜੇ ਵੀ 4 ਵੀਲਰ ਅਲਾਉਡ ਹੋਣਗੇ, ਹੁਣ ਕਿਹੜੇ ਅਲਾਉਡ ਹੋਣਗੇ ਉਹ ਬਾਅਦ ਦੇ ਵਿੱਚ ਦੱਸਾਂਗਾ। ਜਿਹੜੇ ਵੀ ਅਲਾਉਡ ਵੀ ਹੋਣਗੇ 4 ਵੀਲਰ ਉਹ ਵੀ ਸਿਰਫ 1+2 ਯਾਨੀ ਕਿ ਇੱਕ ਡਰਾਈਵਰ ਤੇ 2 ਪੈਸੇਂਜਰ ਜਿਹੜੇ ਹੈਗੇ ਇਹਦੇ ਵਿੱਚ ਹੋ ਸਕਦੇ ਨੇ। ਟੋਟਲ ਮਿਲਾ ਕੇ 3 ਬੰਦੇ ਜਿਹੜੇ ਹੈਗੇ ਇੱਕ 4 ਵੀਲਰ ਦੇ ਵਿੱਚ ਹੋ ਸਕਦੇ ਨੇ। ਔਰ ਜੇ 2 ਵੀਲਰ ਕੋਈ ਗੱਡੀ ਚੱਲੂਗੀ ਤਾਂ ਉਹਦੇ ਵਿੱਚ ਸਿਰਫ ਔਰ ਸਿਰਫ ਡਰਾਈਵਰ ਹੋਊਗਾ, ਉਹਦਾ ਕੋ ਪੈਸੇਂਜਰ ਜਿਹੜਾ ਹੈਗਾ ਉਹਦੇ ਬਾਈਕ ਦੇ ਉੱਤੇ ਨਹੀਂ ਬੈਠੂਗਾ। ਟ੍ਰੈਫਿਕ ਗੁੱਡਸ ਟ੍ਰੈਫਿਕ ਜਿਹੜਾ ਹੈਗਾ ਉਹ ਸਾਰਾ ਦਾ ਸਾਰਾ ਪਰਮਿਟਡ ਹੋਵੇਗਾ। ਕੋਈ ਵੀ ਸਾਮਾਨ ਦੀ ਆਵਾਜਾਈ ਜਿਹੜੀ ਹੈਗੀ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਰੋਕਿਆ ਜਾਵੇਗਾ। ਪੇਂਡੂ ਸ਼ਾਪਸ ਜਿਹੜੀਆਂ ਹੈਗੀਆਂ ਹੁਣ ਸਵੇਰੇ 7 ਵਜੇ ਤੋਂ ਦੁਪਹਿਰ ਨੂੰ 3 ਵਜੇ ਤੱਕ ਖੁੱਲ੍ਹ ਸਕਣਗੀਆਂ। ਪਹਿਲਾਂ ਅਸੀਂ ਜਿਹੜੇ ਹੁਕਮ ਕੀਤੇ ਸੀਗੇ ਉਹ ਸਵੇਰੇ 9 ਵਜੇ ਤੋਂ 1 ਵਜੇ ਦੇ ਕੀਤੇ ਸੀਗੇ, ਲੇਕਿਨ ਹੁਣ ਹੁਕਮ ਜਿਹੜੇ ਹੈਗੇ ਉਹ ਸਵੇਰੇ 7 ਵਜੇ ਤੋਂ 3 ਵਜੇ ਤੱਕ ਦੇ ਕੀਤੇ ਜਾ ਰਹੇ ਨੇ। ਤੇ ਪੇਂਡੂ ਸ਼ਾਪ ਜਿਹੜੀਆਂ ਹੈਗੀਆਂ ਉਹ ਸਾਰੀ ਅਲਾਉਡ ਹੋਣਗੀਆਂ ਐਕਸੈਪਟ ਸ਼ਾਪਿੰਗ ਮਾਲ ਜਿਹੜੇ ਹੈਗੇ ਉਹਨਾਂ ਦੇ ਵਿੱਚ ਪੇਂਡੂ ਸ਼ਾਪਸ ਜਿਹੜੀਆਂ ਹੈਗੀਆਂ ਉਹ ਅਲਾਉਡ ਨਹੀਂ ਹੋਣਗੀਆਂ। ਪੇਂਡੂ ਏਰੀਆ ਦੇ ਵਿੱਚ ਕੋਈ ਵੀ ਸ਼ਾਪ ਜਿਹੜੀ ਹੈਗੀ ਉਹ ਅਲਾਉਡ ਹੈ। ਕੋਈ ਵੀ ਕਮਰਸ਼ੀਅਲ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਸਾਰੀ ਅਲਾਉਡ ਹੈਗੀਆਂ ਸਵੇਰੇ 7 ਵਜੇ ਤੋਂ 3 ਵਜੇ ਦੇ ਵਿਚਕਾਰ। ਲੇਕਿਨ ਜਿਹੜੇ SOPs ਵਗੈਰਾ ਹੈਗੇ ਉਹਨਾਂ ਦੇ ਫੋਲੋ ਕਰਨੇ ਪੈਣਗੇ। ਲਾਈਨ ਵਗੈਰਾ, ਡਿਸਟੈਂਸ ਵਗੈਰਾ, ਸੋਸ਼ਲ ਡਿਸਟੈਂਸਿੰਗ, ਮਾਸਕ ਵਗੈਰਾ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਨੂੰ ਫੋਲੋ ਕਰਨੀਆਂ ਪੈਣਗੀਆਂ। ਇਸ ਤੋਂ ਇਲਾਵਾ ਜਿਹੜੇ ਅਰਬਨ ਏਰੀਆ ਦੇ ਵਿੱਚ ਜਿਹੜੀ ਅਸੈਂਸ਼ੀਅਲ ਆਈਟਮਸ ਦੀ ਦੁਕਾਨਾਂ ਹੈਗੀਆਂ ਉਹ ਸਵੇਰੇ 7 ਵਜੇ ਤੋਂ 3 ਵਜੇ ਤੱਕ ਹੁਣ ਖੁੱਲ੍ਹ ਸਕਦੀਆਂ ਹਨ, ਕਾਊਂਟਰ ਸੇਲ ਕਰ ਸਕਦੀਆਂ ਹਨ। ਔਰ 3 ਵਜੇ ਤੋਂ ਸ਼ਾਮੀ 7 ਵਜੇ ਤੱਕ ਉਹ ਹੋਮ ਡਿਲੀਵਰੀ ਵੀ ਕਰ ਸਕਦੀਆਂ ਹਨ, ਜਿਹੜੀ ਅਸੈਂਸ਼ੀਅਲ ਕਮੋਡਿਟੀ ਦੀ ਦੁਕਾਨਾਂ ਹੈਗੀਆਂ। ਇਸ ਤੋਂ ਇਲਾਵਾ ਜਿਹੜੇ ਅਰਬਨ ਸਟੈਂਡ ਅਲੋਨ ਦੁਕਾਨਾਂ ਹੈਗੀਆਂ, ਨੇਬਰਹੁੱਡ ਦੁਕਾਨਾਂ ਹੈਗੀਆਂ ਤੇ ਰੈਜ਼ੀਡੈਂਸ਼ੀਅਲ ਪ੍ਰਮਾਈਸਿਸ ਦੇ ਵਿੱਚ ਦੁਕਾਨਾਂ ਹੈਗੀਆਂ ਉਹ ਵੀ ਸਵੇਰੇ 7 ਵਜੇ ਤੋਂ 3 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਲੇਕਿਨ ਦੁਕਾਨਾਂ ਜਿਹੜੀਆਂ ਮਾਰਕੀਟਾਂ ਦੇ ਵਿੱਚ ਜਾਂ ਮਾਰਕੀਟ ਕੰਪਲੈਕਸਾਂ ਦੇ ਵਿੱਚ ਜਾਂ ਸ਼ਾਪਿੰਗ ਮਾਲ ਦੇ ਵਿੱਚ ਹੈਗੀਆਂ ਉਹ ਦੁਕਾਨਾਂ ਹਾਲੇ ਨਹੀਂ ਖੁੱਲ੍ਹ ਸਕਦੀਆਂ ਐਕਸੈਪਟ ਐਸੈਂਸ਼ੀਅਲ ਸਰਵਿਸ। ਐਸੈਂਸ਼ੀਅਲ ਦੁਕਾਨਾਂ, ਰਾਸ਼ਨ ਵਗੈਰਾ ਦੀ ਦੁਕਾਨਾਂ ਜਿਹੜੀਆਂ ਹੈਗੀਆਂ ਉਹੀ ਖੁੱਲ੍ਹ ਸਕਦੀਆਂ ਹਨ ਮਾਲ ਮਾਰਕੀਟ ਵਗੈਰਾ ਦੇ ਵਿੱਚ, ਲੇਕਿਨ ਜਨਰਲ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਨਹੀਂ ਖੁੱਲ੍ਹ ਸਕਦੀਆਂ। ਬਾਰਬਰ, ਸੈਲੂਨ, ਸਪਾ ਇਸ ਤਰ੍ਹਾਂ ਦੀ ਜਿਹੜੇ ਸਰਵਿਸਿਜ਼ ਸੈਕਟਰ ਦੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਉਹ ਹਾਲੇ ਨਾ ਪੇਂਡੂ ਏਰੀਆ 'ਚ ਖੁੱਲ੍ਹ ਸਕਦੀਆਂ ਹਨ ਨਾ ਅਰਬਨ ਏਰੀਆ ਦੇ ਵਿੱਚ ਖੁੱਲ੍ਹ ਸਕਦੀਆਂ ਹਨ। ਜਿਹੜਾ ਕੰਸਟਰਕਸ਼ਨ ਹੈਗਾ ਰੂਰਲ ਏਰੀਆ ਦੇ ਵਿੱਚ ਉਹ ਹੁਣ ਪਰਮਿਟਡ ਹੈਗਾ। ਉਹਦੇ ਵਾਸਤੇ ਸਿਰਫ ਔਰ ਸਿਰਫ ਸਾਨੂੰ ਇੱਕ ਸੈਲਫ ਡਿਕਲੇਰੇਸ਼ਨ ਬੰਦਾ ਲਿਖ ਕੇ ਭੇਜੂਗਾ ਕਿ ਮੈਂ ਸਾਰੇ ਕੇ ਸਾਰੇ ਕੋਵਿਡ ਦੀ ਪਾਲਣਾ ਕਰਾਂਗਾ। ਇਸ ਤੋਂ ਇਲਾਵਾ ਉਸਨੂੰ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੋਵੇਗੀ। ਅਰਬਨ ਏਰੀਆ ਦੇ ਵਿੱਚ ਸਿਰਫ ਉਹ ਕੰਸਟਰਕਸ਼ਨ ਜਿਹੜੇ ਹੈਗੇ ਉਹ ਅਲਾਉ ਕੀਤੇ ਜਾਣਗੇ ਜਿਹੜੇ ਕਿ ਆਲਰੇਡੀ ਚਾਲੂ ਸੀਗੇ ਤੇ ਜਿਹੜੇ ਬੰਦੇ ਲੇਬਰ ਨੂੰ ਆਪਣੀ ਸਾਈਟ ਦੇ ਉੱਤੇ ਰੱਖਣ ਵਾਸਤੇ ਪਾਬੰਦ ਹੋਵਾਂਗੇ। ਇਹਦੇ ਵਾਸਤੇ ਵੀ ਹੁਣ ਕਿਸੇ ਵੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ। ਜਿਹੜਾ ਅਸੀਂ ਈਮੇਲ ID ਪਹਿਲਾਂ ਦਿੱਤਾ ਸੀਗਾ acgludhiana@gmail.com ਉਸ ਦੇ ਉੱਤੇ ਸਿਰਫ ਔਰ ਸਿਰਫ ਸੈਲਫ ਡਿਕਲੇਰੇਸ਼ਨ ਜਿਹੜੀ ਹੈਗੀ ਉਹ ਲਿਖ ਕੇ ਜਿਹੜਾ ਕੰਟਰੈਕਟ ਹੈਗਾ ਉਹ ਸਾਨੂੰ ਭੇਜ ਸਕਦਾ ਔਰ ਆਪਣਾ ਕੰਮ ਜਿਹੜਾ ਹੈਗਾ ਉਹ ਚਾਲੂ ਕਰ ਸਕਦਾ ਹੈ। ਜਿਹੜੀ ਲੇਬਰ ਹੈਗੀ ਉਸ ਲੇਬਰ ਦਾ ਉਹਨਾਂ ਨੇ ਮੌਕੇ ਦੇ ਉੱਤੇ ਹੀ ਅਰੇਂਜਮੈਂਟ ਜਿਹੜਾ ਹੈਗਾ ਉਹ ਕਰਨਾ ਹੋਊਗਾ। ਜਿਹੜੇ ਕਦੇ ਆਰਕੀਟੈਕਟ ਜਾਂ ਕੁਝ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੁੰਦੇ ਜਿਨ੍ਹਾਂ ਨੂੰ ਕਿ ਕਦੇ ਵਰਕ ਸਾਈਟ ਤੇ ਜਾਣਾ ਹੁੰਦਾ ਹੈ ਉਹਦੇ ਵਾਸਤੇ ਪਾਸ ਜਿਹੜਾ ਹੈਗਾ ਉਹ ਜਾਰੀ ਕਰਵਾਇਆ ਜਾ ਸਕਦਾ ਹੈ। ਜੇ ਉਹ ਬੰਦੇ ਪੈਦਲ ਜਾਣਾ ਚਾਹੁੰਦੇ ਆ ਤਾਂ ਪੈਦਲ ਦੇ ਵਾਸਤੇ ਉਹਨਾਂ ਨੂੰ ਸਵੇਰੇ 7 ਵਜੇ ਤੋਂ 3 ਵਜੇ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਜੇ ਕੋਈ ਬੰਦਾ ਗੱਡੀ ਦੀ ਵਰਤੋਂ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਇਸ ਦੇ ਵਾਸਤੇ ਪਾਸ ਜਿਹੜਾ ਹੈਗਾ ਉਹ ਲੈਣਾ ਪਵੇਗਾ। ਐਗਰੀਕਲਚਰ, ਹਾਰਟੀਕਲਚਰ, ਐਨੀਮਲ ਹਸਬੈਂਡਰੀ, ਵੈਟਨਰੀ, ਅਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਸਾਰੀ ਬਦਸਤੂਰ ਜਾਰੀ ਰਹਿਣਗੀਆਂ। ਬੈਂਕ ਤੇ ਫਾਈਨੈਂਸਿਸ ਦੇ ਵਾਸਤੇ ਵਰਕਿੰਗ ਆਵਰਸ ਜਿਹੜੇ ਹੈਗੇ ਉਹ 9 ਵਜੇ ਤੋਂ 1 ਵਜੇ ਤੱਕ ਇਹੋ ਜਿਹੇ ਹੋਣਗੇ ਜਿਹਦੇ ਵਿੱਚ ਉਹ ਪਬਲਿਕ ਦੇ ਨਾਲ ਡੀਲ ਕਰ ਸਕਦੇ ਹਨ। ਲੇਕਿਨ 1 ਵਜੇ ਤੋਂ ਬਾਅਦ ਉਹ ਪਬਲਿਕ ਨਾਲ ਡੀਲ ਨਹੀਂ ਕਰ ਸਕਾਂਗੇ। ਉਸ ਤੋਂ ਬਾਅਦ ਉਹ ਆਪਣੇ ਆਫਿਸ ਦਾ ਕੰਮ ਜਿਹੜਾ ਹੈਗਾ ਉਹ ਕਰ ਸਕਦੇ ਹਨ ਔਰ ਆਪਣੀ ਲੋੜ ਦੇ ਮੁਤਾਬਿਕ 3 ਵਜੇ ਤੱਕ 5 ਵਜੇ ਤੱਕ ਜਦ ਤੱਕ ਉਹ ਕਰਨਾ ਚਾਹਣ ਉਹ ਕਰ ਸਕਦੇ ਹਨ। ਲੇਕਿਨ 5 ਵਜੇ ਤੋਂ ਬਾਅਦ ਇਸ ਦੀ ਪਰਮਿਸ਼ਨ ਨਹੀਂ ਹੋਵੇਗੀ।
ਕੁਰੀਅਰ ਪੋਸਟਲ ਸਰਵਿਸਿਜ਼ ਵਗੈਰਾ ਜਿਹੜੀਆਂ ਹੈਗੀਆਂ ਉਹ 9 ਵਜੇ ਤੋਂ 1 ਵਜੇ ਤੱਕ ਅਲਾਉਡ ਹੋਣਗੀਆਂ। ਅਸੈਂਸ਼ੀਅਲ ਗੁੱਡਸ ਆਈਟੀ ਜੂਟ ਪੈਕਿੰਗ ਇੰਡਸਟਰੀ ਜਿਹੜੀ ਹੈਗੀ ਉਹ ਸਾਰੀ ਦੀ ਸਾਰੀ ਅਲਾਉਡ ਹੋਵੇਗੀ। ਇੰਡਸਟਰੀ ਰੂਰਲ ਏਰੀਆ ਦੇ ਵਿੱਚ ਜਿਹੜੀ ਹੈਗੀ ਉਹ ਪਰਮਿਟਡ ਹੈਗੀ। ਕੋਈ ਸਿਰਫ ਔਰ ਸਿਰਫ ਸੈਲਫ ਡਿਕਲੇਰੇਸ਼ਨ ਉਹਨਾਂ ਵੱਲੋਂ ਸਾਨੂੰ ਭੇਜਿਆ ਜਾਣਾ ਹੈ ਔਰ ਉਹ ਆਪਣਾ ਕੰਮ ਜਿਹੜਾ ਹੈਗਾ ਚਾਲੂ ਕਰ ਸਕਦੇ ਹਨ। ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ, ਡੈਜਿਗਨੇਟਿਡ ਇੰਡਸਟਰੀਅਲ ਏਰੀਆ ਮਾਸਟਰ ਪਲਾਨ ਦੇ ਮੁਤਾਬਕ ਅਰਬਨ ਫੋਕਲ ਪੁਆਇੰਟਸ, ਇੰਡਸਟਰੀਅਲ ਸਟੇਟ, ਇਹਨਾਂ ਦੇ ਵਿੱਚ ਇੰਡਸਟਰੀ ਦੀ ਪੂਰੀ ਪਰਮਿਸ਼ਨ ਹੋਵੇਗੀ। ਬੰਦੇ ਨੂੰ ਕੋਈ ਸਪੈਸ਼ਲ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਸਿਰਫ ਔਰ ਸਿਰਫ ਆਪਣਾ ਇੱਕ ਸੈਲਫ ਡਿਕਲੇਰੇਸ਼ਨ ਜਿਹੜਾ ਹੈਗਾ gmdic.ludhiana@gmail.com ਤੇ ਕਰ ਸਕਦਾ ਹੈ। ਮਾਲਿਕ ਦੇ ਵਾਸਤੇ ਉਸ ਜਿਹੜਾ ਉਸਦੇ ਕੋਲ ਉਦਯੋਗ ਆਧਾਰ ਜਿਹੜਾ ਹੈਗਾ ਉਹਦੇ ਰਾਹੀਂ ਉਹ ਆਪਣੇ ਘਰੋਂ ਇੰਡਸਟਰੀ ਤੱਕ ਮੂਵਮੈਂਟ ਜਿਹੜੀ ਹੈਗੀ ਕਰ ਸਕਦਾ ਹੈ। ਬਾਕੀ ਆਪਣੇ EMPLOYEES ਦੇ ਵਾਸਤੇ ਮਾਲਿਕ ਹੀ ਜਿਹੜਾ ਹੈਗਾ ਉਹ ਆਈ ਕਾਰਡ ਜਾਰੀ ਕਰ ਸਕਦਾ ਹੈ। ਉਹ ਉਹਨਾਂ ਨੂੰ ਕੋਈ ਵੀ ਇੰਡਸਟਰੀ ਡਿਪਾਰਟਮੈਂਟ ਤੋਂ ਜਾਂ ਕਿਸੇ ਵੀ ਪ੍ਰਾਈਵੇਟ ਆਫਿਸ ਦੇ ਓਨਰ ਨੂੰ ਆਪਣੇ ਵਰਕਰ ਦੇ ਵਾਸਤੇ ਸਪੈਸ਼ਲ ਪਾਸਿਸ ਦੀ ਲੋੜ ਨਹੀਂ ਹੋਵੇਗੀ। ਉਹ ਆਪਣੇ ਵੱਲੋਂ ਹੀ ਆਪਣੇ ਸਟਾਫ ਨੂੰ ਪਾਸ ਜਿਹੜਾ ਹੈਗਾ ਜਾਂ ਆਈਡੀ ਕਾਰਡ ਜਿਹੜਾ ਹੈਗਾ ਉਹ ਫੋਟੋ ਆਈਡੀ ਕਾਰਡ ਜਿਹੜਾ ਹੈਗਾ ਜਾਰੀ ਕਰ ਸਕਦਾ ਹੈ। ਲੇਕਿਨ ਇਸ ਦੇ ਵਿੱਚ ਇੱਕ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਉਹ ਇਹ ਹੈਗੀ ਕਿ ਪ੍ਰਾਈਵੇਟ ਆਫਿਸ ਤੇ ਗਵਰਨਮੈਂਟ ਆਫਿਸਿਸ ਦੇ ਵਿੱਚ 33% ਦਾ ਵੱਧ ਮੁਲਾਜ਼ਮ ਜਿਹੜੇ ਹੈਗੇ ਉਹ ਨਹੀਂ ਹੋਣੇ ਚਾਹੀਦੇ ਹਨ। ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੈਗੇ ਉਹ ਆਫਿਸ ਵਰਕ ਜਿਹੜਾ ਹੈਗਾ ਉਹ ਕਰ ਸਕਦੇ ਹਨ। ਆਨਲਾਈਨ ਟੀਚਿੰਗ, ਬੁੱਕ ਡਿਸਟ੍ਰੀਬਿਊਸ਼ਨ ਵਗੈਰਾ ਜਿਹੜਾ ਇਹਦਾ ਕੰਮ ਹੈਗਾ ਉਹ ਕਰ ਸਕਦੇ ਹਨ। ਲੇਕਿਨ 33% ਤੋਂ ਵੱਧ ਸਟਾਫ ਜਿਹੜਾ ਹੈਗਾ ਉਹ ਨਹੀਂ ਬੁਲਾਵਾਂਗੇ ਔਰ ਇਸ ਦੇ ਵਾਸਤੇ ਉਹਨਾਂ ਨੂੰ ਕੋਈ ਸਪੈਸ਼ਲ ਪਰਮਿਸ਼ਨ ਜਿਹੜੀ ਹੈਗੀ ਉਹ ਲੈਣ ਦੀ ਲੋੜ ਨਹੀਂ ਹੈਗੀ। ਸਕੂਲ ਦੇ ਆਈ ਕਾਰਡ ਜਿਹੜੇ ਬਣੇ ਹੋਣਗੇ ਉਹੀ ਸਟਾਫ ਦੇ ਵਾਸਤੇ ਉਹਨਾਂ ਨੂੰ ਮਾਨਯ ਕੀਤਾ ਜਾਵੇਗਾ। ਸੈਂਟਰਲ ਗਵਰਨਮੈਂਟ ਆਫਿਸਿਸ, ਅਦਰ ਆਫਿਸਿਸ, ਇਹ ਸਾਰਿਆਂ ਦੇ ਵਾਸਤੇ ਉਹਨਾਂ ਦੇ ਦਫ਼ਤਰੀ ਆਈ ਕਾਰਡ ਜਿਹੜੇ ਹੈਗੇ ਉਹੀ ਕਾਫੀ ਹੋਣਗੇ। ਜਿਹੜੇ ਸੀਨੀਅਰ ਰੈਂਕ ਦੇ ਆਫਿਸਰਸ ਹੈਗੇ, ਇਹ ਗਰੁੱਪ ਏ ਦੇ ਆਫਿਸਰਸ ਵਗੈਰਾ ਹੈਗੇ, ਉਹਨਾਂ ਦੇ ਉਹ 100% ਉਹਨਾਂ ਦੀ ਹਾਜ਼ਰੀ ਹੋਵੇਗੀ। ਤੇ ਬਾਕੀ ਜਿਹੜੇ ਆਫਿਸਰਸ ਹੈਗੇ ਜਾਂ ਸਟਾਫ ਹੈਗਾ ਜਿਹੜਾ ਕਿ ਨਾਨ ਅਸੈਂਸ਼ੀਅਲ ਹੈ, ਲਾਈਕ ਪੁਲਿਸ, ਕਾਰਪੋਰੇਸ਼ਨ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਫਾਇਰ, ਹੈਲਥ, ਇਹਨਾਂ ਤੋਂ ਇਲਾਵਾ ਜਿਹੜੇ ਵੀ ਆਫਿਸਰਸ ਹੈਗੇ ਉਹ 33% ਸਟਾਫ ਦੇ ਨਾਲ ਆਪਣਾ ਕੰਮ ਕਰਨਗੇ। ਬਾਕੀ ਸਟਾਫ ਨੂੰ ਉਹ ਘਰੋਂ ਹੀ ਕੰਮ ਕਰਵਾਵਾਂਗੇ। ਪੰਜਾਬ ਗਵਰਨਮੈਂਟ ਦੇ ਆਫਿਸਿਸ ਵਾਸਤੇ ਆਲਰੇਡੀ DOPT ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਹੜੀ ਕਿ ਮੈਂ ਸਮਰਾਈਜ਼ ਕਰ ਦਿੱਤੀਆਂ ਹੈਗੀਆਂ। ਇਸ ਤੋਂ ਇਲਾਵਾ ਜਿਹੜੀ ਵੀ MHA ਗਾਈਡਲਾਈਨਸ ਦੇ ਵਿੱਚ ਜਿਹੜੀ ਚੀਜ਼ ਪਰਮਿਟਡ ਹੈਗੀ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਸੀਂ ਪਰਮਿਟ ਕਰ ਦਿੱਤੀਆਂ ਹੈਗੀਆਂ। ਲੇਕਿਨ ਇਹ ਸਾਰੀ ਹਦਾਇਤਾਂ ਜਿਹੜੀਆਂ ਹੈਗੀਆਂ ਉਹ ਇਸ ਕਰਕੇ ਕੀਤੀਆਂ ਗਈਆਂ ਹਨ ਕਿ ਲੋਕਾਂ ਦੀ, ਪਬਲਿਕ ਦੀ ਜਿਹੜੀ ਸਹੂਲਤਾਂ ਹਨ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈਆਂ ਹੈਗੀਆਂ। ਮੇਰੀ ਇੱਕੋ ਹੀ ਕੇਵਲ ਰਿਕੁਐਸਟ ਹੈਗੀ ਸਾਰੇ ਕੇ ਸਾਰੇ ਲੋਕਾਂ ਨੂੰ ਕਿ ਕਾਈਂਡਲੀ ਇਹ ਜਿਹੜੀ ਸਹੂਲਤਾਂ ਜਾਂ ਕੰਸੈਸ਼ਨ ਹੁਣ ਮਿਲੀਆਂ ਹੈਗੀਆਂ ਉਹਦੀ ਡਿਸਪਲਿਨ ਦੇ ਨਾਲ ਫੋਲੋ ਕਰਨ। ਕੋਈ ਵੀ ਇਹੋ ਜਿਹਾ ਕੰਮ ਨਾ ਕਰਨ ਕਿ ਜਿਹੜਾ ਪਰਪਸ ਸੀਗਾ ਇਹ ਲੋਕਡਾਊਨ ਕਰਨ ਦਾ ਜਾਂ ਕਰਫਿਊ ਲਾਉਣ ਦਾ, ਉਹ ਸਾਰਾ ਦਾ ਸਾਰਾ ਪਰਪਸ ਜਿਹੜਾ ਹੈਗਾ ਸਾਡਾ ਡਿਫੀਟ ਹੋ ਜਾਵੇ। ਤਾਂ ਸਾਰੇ ਲੋਕ ਇਸ ਦੀ ਸੈਲਫ ਡਿਸਪਲਿਨ ਦੇ ਨਾਲ ਹੁਣ ਇਹਨੂੰ ਚੰਗੀ ਤਰ੍ਹਾਂ ਫੋਲੋ ਕਰਨ ਔਰ ਇਹਨੂੰ ਫੋਲੋ ਕਰਕੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਸਰਕਾਰ ਦਾ ਔਰ ਆਪਣਾ ਸਾਥ ਦੇਣ। ਜਿਹੜਾ ਮੂਵਮੈਂਟ ਆਫ ਵਹੀਕਲ ਹੈਗਾ ਉਹਦੇ ਵਾਸਤੇ ਮੈਂ ਥੋੜਾ ਜਿਹਾ ਫਿਰ ਕਲੈਰੀਫਾਈ ਕਰਨਾ ਚਾਹਾਂਗਾ। ਜਿਹੜੇ ਗਵਰਨਮੈਂਟ ਆਫਿਸਰਸ ਹੈਗੇ ਉਹ ਆਪਣੇ ਡਿਊਟੀ ਆਵਰਸ ਦੇ ਵਿੱਚ ਆਪਣੇ ਆਈਡੈਂਟੀਟੀ ਕਾਰਡ ਦੇ ਨਾਲ ਆਪਣਾ ਵਹੀਕਲ ਜਿਹੜਾ ਹੈਗਾ ਵਰਤ ਸਕਦੇ ਹਨ। ਹੈਲਥ ਕੇਅਰ ਐਸਟੈਬਲਿਸ਼ਮੈਂਟ, ਹਸਪੀਟਲ, ਨਰਸਿੰਗ ਹੋਮਸ ਐਕਸੈਟਰਾ, ਇਹ ਵੀ ਆਪਣੇ ਆਈ ਕਾਰਡ ਦੇ ਨਾਲ ਆਪਣਾ ਗੱਡੀ ਦੀ ਜਿਹੜੀ ਹੈਗੀ ਉਹ ਵਰਤੋਂ ਕਰ ਸਕਦੇ ਹਨ। ਇਹਦੇ ਵਾਸਤੇ ਕੋਈ ਵੀ ਸਪੈਸ਼ਲ ਪਾਸ ਦੀ ਲੋੜ ਨਹੀਂ ਹੈਗੀ, ਨਾ ਗਵਰਨਮੈਂਟ ਆਫਿਸਰਸ ਦੇ ਵਾਸਤੇ ਹੈਗੀ। ਕੋਈ ਵੀ ਬੈਂਕ, ਰੇਲਵੇ, ਇੰਸਟੀਟਿਊਸ਼ਨਲ, ਪੋਸਟ ਆਫਿਸ, ਇਹਨਾਂ ਦੇ ਵਾਸਤੇ ਵੀ ਕਿਸੇ ਵੀ ਤਰ੍ਹਾਂ ਦੇ ਉਹਦੀ ਪਾਸ ਦੀ ਲੋੜ ਨਹੀਂ ਹੈਗੀ। ਆਪਣੇ ਆਈ ਕਾਰਡ ਦੇ ਨਾਲ ਡਿਊਟੀ ਆਵਰਸ ਦੇ ਵਿੱਚ ਵਹੀਕਲ ਵਰਤ ਸਕਦੇ ਹਨ। ਪ੍ਰਾਈਵੇਟ ਆਫਿਸਿਸ ਦੇ ਵਾਸਤੇ ਵੀ ਜਿਹੜੀਆਂ ਗੱਡੀਆਂ ਹੈਗੀਆਂ, ਲੋਕਾਂ ਨੂੰ ਜੇ ਜਾਣਾ ਹੈਗਾ, ਕਿਸੇ ਨੇ ਆਪਣੇ ਦਫ਼ਤਰ ਦੇ ਵਾਸਤੇ ਜਾਣਾ ਹੈਗਾ, ਪ੍ਰਾਈਵੇਟ ਆਫਿਸਿਸ ਦੇ ਵਿੱਚ ਜਾਣਾ ਹੈਗਾ, ਤਾਂ ਦਫ਼ਤਰੀ ਆਵਰ ਦੇ ਵਿੱਚ ਆਪਣਾ ਆਈ ਕਾਰਡ ਦੇ ਨਾਲ ਆਪਣੇ EMPLOYER ਵੱਲੋਂ ਜੋ ਆਈ ਕਾਰਡ ਜਾਰੀ ਕੀਤਾ ਗਿਆ ਹੈਗਾ ਉਹਦੇ ਨਾਲ ਹੀ ਆਪਣੇ ਵਰਕਿੰਗ ਪਲੇਸ ਦੇ ਵਿੱਚ ਜਾਣ ਲਈ ਆਪਣੀ ਗੱਡੀ ਦੀ ਵਰਤੋਂ ਕਰ ਸਕਦੇ ਹਨ। ਇੰਡਸਟਰੀਅਲਿਸਟ, ਮੈਨੇਜਮੈਂਟ, ਓਨਰਸ ਜਿੰਨੇ ਵੀ ਹੈਗੇ ਉਹਨਾਂ ਦੇ EMPLOYER ਦੇ ਵੱਲੋਂ ਜਿਹੜਾ ਆਈ ਕਾਰਡ ਉਹਨਾਂ ਵੱਲੋਂ ਇਸ਼ੂ ਕੀਤਾ ਗਿਆ ਹੈਗਾ ਉਸ ਦੇ ਨਾਲ ਮੂਵਮੈਂਟ ਕਰ ਸਕਦੇ ਹਨ। ਇੰਡਸਟਰੀਅਲ ਲੇਬਰ ਜਿਹੜੀ ਹੈਗੀ, ਵਰਕਰ ਜਿਹੜੇ ਹੈਗੇ ਉਹ ਆਪਣੇ EMPLOYER ਵੱਲੋਂ ਜਿਹੜਾ ਆਈ ਕਾਰਡ ਇਸ਼ੂ ਕੀਤਾ ਗਿਆ ਹੈਗਾ ਉਹਦੇ ਨਾਲ ਮੂਵ ਕਰ ਸਕਦੇ ਹਨ। ਲੇਕਿਨ ਇਸ ਦੇ ਵਾਸਤੇ ਅਸੀਂ ਟਾਈਮਿੰਗ ਜਿਹੜੀ ਹੈਗੀ ਸਵੇਰੇ 7 ਵਜੇ ਤੋਂ 9 ਵਜੇ ਤੱਕ ਔਰ ਸ਼ਾਮੀ 5 ਵਜੇ ਤੋਂ 7 ਵਜੇ ਤੱਕ ਫਿਕਸ ਕੀਤੀ ਹੈਗੀ। ਜਿਹੜੇ ਸ਼ਾਪਕੀਪਰਸ ਹੈਗੇ ਐਸੈਂਸ਼ੀਅਲ ਸਰਵਿਸਿਜ਼ ਵਾਲੇ, ਉਹਨਾਂ ਨੂੰ ਕਿਸੇ ਵੀ ਪਾਸ ਦੀ ਲੋੜ ਨਹੀਂ ਹੈਗੀ। ਆਪਣਾ ਪਰਸਨਲ ਆਈ ਕਾਰਡ ਬਣਾ ਕੇ ਆਪਣੇ ਡਾਕੂਮੈਂਟ ਦੁਕਾਨ ਦੇ ਰੱਖ ਕੇ ਉਹ ਸਵੇਰੇ, ਹੁਣ ਕਿਉਂਕਿ ਪਹਿਲਾਂ ਟਾਈਮ ਜਿਹੜਾ ਸੀਗਾ ਉਹ ਵੱਖਰਾ ਸੀਗਾ, ਹੁਣ ਸਵੇਰੇ 7 ਵਜੇ ਤੋਂ 3 ਵਜੇ ਤੱਕ ਕਿਉਂਕਿ ਦੁਕਾਨਾਂ ਖੁੱਲ੍ਹ ਸਕਦੀਆਂ ਹਨ, ਤਾਂ ਇਸ ਕਰਕੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਆਪਣੀ ਦੁਕਾਨਾਂ ਤੇ ਜਾ ਸਕਦੇ ਹਨ
ਔਰ ਅਸੈਂਸ਼ੀਅਲ ਸਰਵਿਸਿਜ਼ ਦੀ ਦੁਕਾਨਾਂ ਤੇ ਚੁੱਕੀ 7 ਵਜੇ ਤੱਕ ਖੁੱਲ ਸਕਦੀਆਂ ਹਨ, ਤੇ ਇਸ ਕਰਕੇ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਮੁੜ ਕੇ ਆ ਸਕਦੇ ਹਨ। ਜਿਹੜੇ ਹੋਰ ਸ਼ੌਪਕੀਪਰਸ ਹੈਗੇ ਉਹ ਹੁਣ ਸਵੇਰੇ 6 ਵਜੇ ਤੋਂ 7 ਵਜੇ ਤੱਕ ਮੂਵਮੈਂਟ ਜਿਹੜੀ ਹੈਗੀ ਉਹ ਸਵੇਰੇ ਕਰ ਸਕਦੇ ਹਨ, ਔਰ ਫਿਰ ਦੁਬਾਰਾ ਵਾਪਸ ਜਿਹੜਾ ਹੈਗਾ 3 ਵਜੇ ਤੋਂ 4 ਵਜੇ ਦੇ ਵਿਚਕਾਰ ਵਾਪਸ ਆ ਸਕਦੇ ਹਨ। ਇਸ ਦੇ ਵਾਸਤੇ ਕੋਈ ਸਪੈਸ਼ਲ ਪਾਸ ਦੀ ਲੋੜ ਨਹੀਂ ਹੈਗੀ, ਆਪਣੇ ਦੁਕਾਨ ਦੇ ਕਾਗਜ਼ ਜਿਹੜੇ ਹੈਗੇ ਉਹੀ ਲੈ ਕੇ ਉਹ ਨਾਲ ਚੱਲੇ ਚੱਲਣ। ਜਿਹੜੇ ਵੇਅਰ ਹਾਊਸਿਸ ਵਗੈਰਾ ਜਿਹੜੇ ਹੈਗੇ ਉਹਨਾਂ ਨੂੰ ਜੋ ਖੋਲ ਸਕਦੇ ਹਨ, ਸਾਰੇ ਖੁੱਲ ਸਕਦੇ ਹਨ, ਉਹ ਵੀ ਆਪਣਾ ਪਰਸਨਲ ਆਈ ਕਾਰਡ ਜਿਹੜਾ ਹੈਗਾ ਉਸ ਦੇ ਨਾਲ ਆਪਣਾ ਕੰਮ ਜਿਹੜਾ ਹੈਗਾ ਚਲਾ ਸਕਦੇ ਹਨ। ਮਿਲਕ ਵੈਂਡਰ ਜਿਹੜੇ ਹੈਗੇ ਜਿਵੇਂ ਪਹਿਲਾਂ ਅਲਾਉਡ ਸੀਗੇ ਉਸੇ ਤਰ੍ਹਾਂ ਅਲਾਉਡ ਰਹਿਣਗੇ, ਔਰ ਬਾਕੀ ਸਾਰੀ ਕੈਟੇਗਰੀਆਂ ਜਿਹੜੀਆਂ ਹੈਗੀਆਂ ਉਹਦੇ ਵਾਸਤੇ ਉਹਨਾਂ ਨੇ ਹਾਲੇ ਈ ਪਾਸ ਜਿਹੜਾ ਹੈਗਾ ਉਹ ਜਾਰੀ ਕਰਵਾਉਣਾ ਪਊਗਾ। ਜਿਹੜੀ ਪੈਦਲ ਚੱਲਣ ਵਾਸਤੇ ਆਮ ਪਬਲਿਕ ਜਿਹੜੀ ਹੈਗੀ ਉਹ ਸਵੇਰੇ 7 ਵਜੇ ਤੋਂ 3 ਵਜੇ ਤੱਕ ਇੱਕ ਘਰ ਦਾ ਇੱਕ ਬੰਦਾ ਜਿਹੜਾ ਹੈਗਾ ਉਹ ਬਾਹਰ ਜਾ ਸਕਦਾ ਹੈ ਆਪਣੀ ਅਸੈਂਸ਼ੀਅਲ ਸਰਵਿਸਿਜ਼ ਜਾਂ ਜੋ ਵੀ ਕੰਮ ਕਰਵਾਉਣਾ ਹੈਗਾ ਉਹਦੇ ਵਾਸਤੇ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਲੋੜ ਨਹੀਂ ਹੈਗੀ, ਲੇਕਿਨ ਔਨ ਫੁੱਟ ਹੀ ਉਹ ਚੱਲੂਗਾ, ਗੱਡੀ ਦੀ ਵਰਤੋਂ ਨਹੀਂ ਕਰੇਗਾ। ਲੇਬਰਰ ਵਰਕਰ ਜਿਹੜੇ ਹੈਗੇ ਜਿਵੇਂ ਦੱਸਿਆ ਸੀਗਾ ਸਵੇਰੇ 7 ਵਜੇ ਤੋਂ 9 ਵਜੇ ਤੱਕ ਔਰ ਸ਼ਾਮੀ 5 ਵਜੇ ਤੋਂ ਸ਼ਾਮੀ 7 ਵਜੇ ਤੱਕ ਇੰਪਲੋਇਰ ਵੱਲੋਂ ਜਿਹੜਾ ਪਾਸ ਉਹਨਾਂ ਨੂੰ ਇਸ਼ੂ ਕੀਤਾ ਗਿਆ ਹੈਗਾ ਉਹਦੇ ਨਾਲ ਉਹ ਤੁਰ ਫਿਰ ਸਕਦਾ ਹੈ। ਤਾਂ ਇਹ ਸਾਰੀ ਹਦਾਇਤਾਂ ਜਿਹੜੀਆਂ ਹੈਗੀਆਂ ਲੋਕਾਂ ਦੀ ਸਹੂਲਤ ਵਾਸਤੇ ਜਾਰੀ ਕੀਤੀਆਂ ਗਈਆਂ ਹਨ, ਲੇਕਿਨ ਮੇਰੀ ਲੋਕਾਂ ਨੂੰ ਰਿਕੁਐਸਟ ਹੈਗੀ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਫੋਲੋ ਕਰਨ ਔਰ ਕੋਸ਼ਿਸ਼ ਕਰਨ ਕਿ ਘੱਟ ਤੋਂ ਘੱਟ ਬਾਹਰ ਨਿਕਲਣ ਔਰ ਘਰ ਦੇ ਅੰਦਰ ਰਹਿ ਕੇ ਆਪਣੇ ਆਪ ਨੂੰ ਸੇਫ ਰੱਖਣ ਔਰ ਸੰਭਾਲਣ।